किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। पहले कांड का 7वां भाग इस्त्री एक वस्तु। भाग 8वां सती होण की रस्म अते भाग 9वां विधवा। वाहिगुरू जी का खालसा वाहिगुरू जी की फतेह। इस्त्री एक वस्तु। देश की समूह इस्त्री जाति नूं भै भीत कर देण की योजना अधीन ਅਤੇ ਇਸ ਨੂੰ ਇੱਕ ਵਸਤੂ ਸਿੱਧ ਕਰ ਦੇਣ ਲਈ ਅਵਤਾਰੀ ਸ਼ਖਸੀਅਤ ਠੀਕ ਨਹੀਂ ਸੀ ਰਹਿਣੀ। ਦੂਰ ਦੀ ਸੋਚਣ ਵਾਲੇ ਚਾਤਰ ਬ੍ਰਾਹਮਣ ਨੇ ਬੜੇ ਸ਼ਕਤੀਸ਼ਾਲੀ ਰਾਜ ਘਰਾਣੇ ਨੂੰ ਵਰਤਣਾ ਠੀਕ ਮਿਥ ਲਿਆ। ਜਿਉਂਦਾ ਜਾਗਦਾ ਅਣਖੀ ਮਨੁੱਖ ਬ੍ਰਾਹਮਣ ਦੇ ਹੱਥ ਦੀ ਕਠਪੁਤਲੀ ਕਿਵੇਂ ਬਣ ਸਕਦਾ ਸੀ। ਵਿਸ਼ਨੂੰ ਦੱਤ ਚਾਣਕਿਆ ਜਿਹੇ ਕੁਟਲ ਨੀਤ ਬ੍ਰਾਹਮਣ ਦੇ ਗੁਰੂ ਪੁਰੋਹਿਤ ਜੀ ਨੇ ਆਪਣੇ ਮੰਤਵ ਦੀ ਪੂਰਤੀ ਲਈ ਰਾਮਾਇਣ ਗਾਥਾ ਵਰਗੀ ਬੜੀ ਅਦਭੁਤ ਗਾਥਾ ਮਹਾਭਾਰਤ ਘੜ ਲਈ। ਭਾਰਤ ਵਿਚਲੇ ਸਾਰੇ ਰਾਜਿਆਂ ਤੋਂ ਵੱਧ ਸ਼ਕਤੀਸ਼ਾਲੀ ਕੌਰਵ ਰਾਜ ਘਰਾਣਾ ਅਜਿਹੀ ਵਿਧੀ ਨਾਲ ਪੈਦਾ ਕਰ ਲਿਆ ਕਿ ਉਸ ਦੇ ਮੁੱਖ ਪਾਤਰ ਵੀ ਰਾਮਾਇਣ ਗਾਥਾ ਦੇ ਪਾਤਰਾਂ ਵਾਂਗ ਲੋਕਾਂ ਲਈ ਪੂਜਨੀਕ ਬਣ ਗਏ। ਇਸਤਰੀ ਜਾਤੀ ਨੂੰ ਪੂਰੀ ਤਰ੍ਹਾਂ ਭੈ ਭੀਤ ਕਰਨ ਲਈ ਪੁਰੋਹਿਤ ਜੀ ਬਲੀ ਦਾ ਬੱਕਰਾ ਅਜਿਹੀ ਕੰਨਿਆ ਨੂੰ ਬਣਾਉਣਾ ਲੋੜਦੇ ਸਨ ਜੋ ਦੈਵੀ ਗੁਣਾਂ ਵਾਲੀ ਅੱਗ ਨਾਲੋਂ ਵੱਧ ਤੇਜ਼ ਵਾਲੀ, ਬੜੀ ਸੁੰਦਰ ਅਤੇ ਪ੍ਰਭਾਵਸ਼ਾਲੀ ਹਸਤੀ ਵਾਲੀ ਹੋਵੇ। ਇਸ ਕਾਰਜ ਲਈ ਬੜੀ ਸਤਿਕਾਰਯੋਗ ਅਤੀ ਸੁੰਦਰ ਦਿਵ ਕੰਨਿਆ ਦ੍ਰੌਪਦੀ ਅਗਨੀ ਕੁੰਡ ਵਿੱਚੋਂ ਪੈਦਾ ਕਰ ਲਈ। ਉਸ ਕੰਨਿਆ ਨੂੰ ਰਾਜੇ ਦ੍ਰੌਪਦ ਦੀ ਧੀ ਬਣਾ ਕੇ ਉਸ ਦਾ ਸਵੰਬਰ ਰਚਾ ਦਿੱਤਾ। ਸਰਬ ਸ੍ਰੇਸ਼ਟ ਧਨੁਰਧਰ ਅਰਜੁਨ ਨੇ ਉਸ ਦਿਵ ਕੰਨਿਆ ਨੂੰ ਸਵੰਬਰ ਵਿੱਚ ਜਿੱਤਿਆ, ਪਰ ਅਗਲੇ ਹੀ ਪਲ ਭਿਖਿਆ ਕਹਿ ਕੇ ਆਪਣੀ ਮਾਂ ਨਾਲ ਉਸ ਦਿਵ ਕੰਨਿਆ ਦੀ ਜਾਣ ਪਛਾਣ ਕਰਾਈ ਦਰਸਾ ਦਿੱਤੀ। ਦਿਵ ਕੰਨਿਆ ਤੋਂ ਭਿਖਸ਼ਾ ਬਣਾ ਲੈਣ ਉਪਰੰਤ ਉਸ ਨੂੰ 5 ਪਾਂਡਵਾਂ ਨਾਲ ਵਿਆਹ ਕੇ ਇਸਤਰੀ ਜਾਤੀ ਦੇ ਮੂੰਹ 'ਤੇ ਹੋਰ ਵੀ ਕਰੜੀ ਚਪੇੜ ਜੜ ਦਿੱਤੀ। ਉਸ ਦਿਵ ਕੰਨਿਆ ਮਹਾਰਾਣੀ ਦ੍ਰੌਪਦੀ ਨੂੰ ਮਹਾਰਾਜਾ ਧ੍ਰਿਤਰਾਸ਼ਟਰ ਦੇ ਦਰਬਾਰ ਵਿੱਚ ਉਸ ਦੇ 5 ਪਤੀਆਂ ਰਾਹੀਂ ਹੀ ਇੱਕ ਵਸਤੂ ਵਾਂਗ ਜੂਏ ਵਿੱਚ ਹਰਾਇਆ ਗਿਆ। ਉਸ ਸ਼ਾਹੀ ਦਰਬਾਰ ਵਿੱਚ ਕੌਰੇ ਪਾਂਡਵਾਂ ਦੇ ਰਾਜਗੁਰੂ, ਰਾਜ ਪੁਰੋਹਿਤ ਅਤੇ ਰਾਜ ਮੰਤਰੀ ਉਸ ਸਮੇਂ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਬ੍ਰਾਹਮਣ ਦਰੋਣਾਚਾਰੀਆ ਅਤੇ ਕਿਰਪਾਚਾਰੀਆ ਬਿਰਾਜਮਾਨ ਦਰਸਾਏ ਗਏ। ਫਿਰ ਦੁਨੀਆ ਦੇ ਰਾਜ ਦਰਬਾਰਾਂ ਅਤੇ ਰਾਜ ਦਰਬਾਰਾਂ ਦੇ ਇਤਿਹਾਸ ਤੋਂ ਉਲਟ ਰੋਂਦੀ ਕਰਲਾਂਦੀ ਹਾੜੇ ਕੱਢਦੀ ਚੱਕਰਵਰਤੀ ਸਮਰਾਟ ਯੁਧਿਸ਼ਟਰ ਦੀ ਪਟਰਾਣੀ ਮਹਾਰਾਣੀ ਦ੍ਰੌਪਦੀ ਨੂੰ ਵਾਲਾਂ ਤੋਂ ਫੜ ਕੇ ਘਸੀਟ ਕੇ ਰਾਜ ਦਰਬਾਰ ਵਿੱਚ ਲਿਆਂਦਾ ਗਿਆ। ਕਰਨ ਕੋਲੋਂ ਉਸ ਨੂੰ 5 ਮਰਦਾਂ ਨਾਲ ਰਹਿਣ ਵਾਲੀ ਵੇਸਵਾ ਭਾਵ ਕੰਜਰੀ ਅਖਵਾਇਆ ਗਿਆ। ਇੱਥੇ ਹੀ ਬਸ ਨਹੀਂ, ਨਗਨ ਕਰਨ ਲਈ ਭਰੇ ਦਰਬਾਰ ਵਿੱਚ ਕਾਬੂ ਆਈ ਉਸ ਮਹਾਰਾਣੀ ਦੇ ਕੱਪੜੇ ਖਿੱਚੇ ਗਏ। ਦੋਹਾਂ ਬ੍ਰਾਹਮਣਾਂ ਦੇ ਹੁੰਦਿਆਂ ਭੀਸ਼ਮ ਪਿਤਾਮਾ ਅਥਵਾ ਦ੍ਰੌਪਦੀ ਦੇ 5 ਸੂਰਵੀਰ ਪਤੀਆਂ ਵਿੱਚ ਬੋਲਣ ਦੀ ਅਥਵਾ ਦ੍ਰੌਪਦੀ ਦੀ ਸਹਾਇਤਾ ਕਰ ਸਕਣ ਦੀ ਕੋਈ ਹਿੰਮਤ ਨਹੀਂ ਸੀ। ਰਾਜ ਦਰਬਾਰ ਵਿੱਚ ਉਸ ਦੁਖਿਆਰੀ ਮਹਾਰਾਣੀ ਦੀ ਫਰਿਆਦ ਸੁਣਨ ਵਾਲਾ ਕੋਈ ਨਹੀਂ ਸੀ। ਦਿਵ ਕੰਨਿਆ ਤੋਂ ਭਿਖਸ਼ਾ ਤੇ ਫਿਰ ਜੂਏ ਵਿੱਚ ਹਾਰੀ ਜਾਣ ਵਾਲੀ ਵਸਤੂ ਬਣਾ ਕੇ ਫਿਰ ਸ਼ਾਹੀ ਦਰਬਾਰ ਵਿੱਚ ਹੀ ਕੰਜਰੀ ਅਖਵਾ ਲੈਣ ਉਪਰੰਤ ਉਸ ਨੂੰ ਉਹਨਾਂ ਹੀ 5 ਪਾਂਡਵਾਂ ਦੀ ਸੇਵਾ ਵਾਸਤੇ ਉਹਨਾਂ ਦੇ ਨਾਲ ਜੰਗਲਾਂ ਵਿੱਚ ਭੇਜਿਆ ਗਿਆ। ਜੰਗਲਾਂ ਵਿੱਚ ਭਟਕਦੀ ਮਹਾਰਾਣੀ ਦ੍ਰੌਪਦੀ ਨੂੰ ਰਾਜਾ ਜੈਥਰਥ ਧੱਕੇ ਨਾਲ ਆਪਣੇ ਮੋਢੇ 'ਤੇ ਚੁੱਕ ਖੜਦਾ ਅਤੇ ਮਹਾਰਾਣੀ ਦ੍ਰੌਪਦੀ ਨੂੰ ਸਹਾਇਤਾ ਲਈ ਕੁਰਲਾਉਂਦੀ ਦਰਸਾ ਦਿੱਤਾ। ਪਰ ਲਖਾਰੀ ਬ੍ਰਾਹਮਣ ਦਾ ਦਿਲ ਅਜੇ ਵੀ ਨਹੀਂ ਸੀ ਭਤੀਜਿਆ। ਫਿਰ ਕਰੀਚਕ ਨਾਮੀ ਲੰਪਟੀ ਸੈਨਾਪਤੀ ਉਸ ਦੀ ਪੱਤ ਲੁੱਟਣ ਲਈ ਉਸ ਦੇ ਮਗਰ ਭੱਜਦਾ ਅਤੇ ਮਹਾਰਾਣੀ ਦ੍ਰੌਪਦੀ ਦੇ ਮੂੰਹ ਵਿੱਚੋਂ ਲਹੂ ਵਗਦਾ ਦਰਸਾ ਕੇ ਰਹਿੰਦੀ ਕਸਰ ਵੀ ਪੂਰੀ ਕਰ ਲਈ। ਇਸਤਰੀ ਜਾਤੀ ਵਾਸਤਵ ਵਿੱਚ ਲਾਵਾਰਸ ਸਿੱਧ ਕਰ ਦਿੱਤੀ। ਕੰਬਣੀ ਆ ਗਈ ਦੇਸ਼ ਦੀਆਂ ਨਾਰੀਆਂ ਨੂੰ। ਜੇ ਇੱਕ ਮਹਾਰਾਣੀ ਦੀ ਫਰਿਆਦ ਰਾਜ ਦਰਬਾਰ ਵਿੱਚ ਨਹੀਂ ਸੁਣੀ ਜਾਂਦੀ, ਜੇ ਇੱਕ ਮਹਾਰਾਣੀ ਦੀ ਅਜਿਹੀ ਦੁਰਦਸ਼ਾ ਹੋ ਸਕਦੀ ਹੈ ਤਾਂ ਹੋਰ ਕਿਸੇ ਇਸਤਰੀ ਦੀ ਕਿਸ ਨੇ ਸੁਣਨੀ ਹੈ। ਰਾਮ ਅਵਤਾਰ ਵਿਚਲੀ ਸੀਤਾ ਜੀ ਦੀ ਮੰਦੀ ਹਾਲਤ ਪਹਿਲਾਂ ਹੀ ਵੇਖੀ ਜਾ ਚੁੱਕੀ ਸੀ। ਇਸ ਨਵੀਂ ਗਾਥਾ ਨੇ ਇਸਤਰੀ ਦਾ ਰਹਿੰਦਾ ਲਹੂ ਵੀ ਪੀ ਲਿਆ। ਰਾਮਾਇਣ ਦੀ ਨਾਇਕਾ ਸੀਤਾ ਜੀ
ਅਤੇ ਮਹਾਭਾਰਤ ਦੀ ਨਾਇਕਾ ਦ੍ਰੋਪਦੀ ਦੀ ਜ਼ਿੰਦਗੀ ਨੂੰ ਕੰਡਿਆਂ ਦੀ ਸੇਜ ਬਣੀ ਹੋਈ ਦਰਸਾਉਣ ਦੇ ਨਾਲ ਦੋਹਾਂ ਮਹਾਰਾਣੀਆਂ ਨੂੰ ਪਤੀ ਅਥਵਾ ਪਤੀਆਂ ਦੀ ਭਗਤੀ ਕਰਦਿਆਂ ਦਰਸਾਇਆ ਜਾਣ ਦਾ ਅਰਥ ਇਹੋ ਸੀ ਕਿ ਇਸਤਰੀ ਜਾਤੀ ਨੂੰ ਮਰਦ ਦੀ ਰਜ਼ਾ ਵਿੱਚ ਪਸ਼ੂਆਂ ਦੀ ਪੱਧਰ 'ਤੇ ਰਹਿਣ ਲਈ ਪੂਰੀ ਤਰ੍ਹਾਂ ਸਹਿੰਦੜ ਬਣਾ ਲਿਆ ਜਾਵੇ। ਧਰਮ ਗ੍ਰੰਥਾਂ ਵਿੱਚ ਇਹ ਲਿਖ ਦਿੱਤਾ ਕਿ ਸ਼ੂਦਰ, ਪਸ਼ੂ ਅਰ ਨਾਰੀ तीनों ताड़न के अधिकारी, अर्थात शूਦਰ, ਪਸ਼ੂ ਅਤੇ ਨਾਰੀ ਤਿੰਨੇ ਝਾੜ ਝੰਬ ਹੁੰਦੀ ਰਹਿਣ ਦੇ ਹੀ ਹੱਕਦਾਰ ਹਨ। ਭਾਵ ਸ਼ੂਦਰ, ਪਸ਼ੂ ਅਤੇ ਇਸਤਰੀ ਤਿੰਨਾਂ ਨੂੰ ਹੀ ਜੁੱਤੀ ਹੇਠਾਂ ਹੀ ਰੱਖਣਾ ਚਾਹੀਦਾ ਹੈ। ਬ੍ਰਾਹਮਣ ਦਾ ਧਰਮ ਕਹਿੰਦਾ ਹੈ ਕਿ ਇਹਨਾਂ ਤਿੰਨਾਂ ਨਾਲ ਆਦਰ ਸਤਿਕਾਰ ਵਾਲਾ ਸਲੂਕ ਕਦੇ ਨਹੀਂ ਕਰਨਾ ਚਾਹੀਦਾ। ਭਾਗ 8ਵਾਂ ਸਤੀ ਹੋਣ ਦੀ ਰਸਮ। ਇਸਤਰੀ ਨੂੰ ਵਾਸਤਵ ਵਿੱਚ ਲਵਾਰਸ ਸਿੱਧ ਕਰ ਲੈਣ 'ਤੇ ਵੀ ਬ੍ਰਾਹਮਣ ਦੀ ਤਸੱਲੀ ਨਹੀਂ ਸੀ ਹੋਈ। ਉਹ ਇਸਤਰੀ ਨੂੰ ਇੰਨਾ ਭੈ ਭੀਤ ਕਰ ਦੇਣਾ ਚਾਹੁੰਦਾ ਸੀ ਕਿ ਸੁਪਨੇ ਵਿੱਚ ਵੀ ਬ੍ਰਾਹਮਣ ਦੀ ਮਰਜ਼ੀ ਵਿਰੁੱਧ ਹੌਕਾ ਤੱਕ ਨਾ ਲੈ ਸਕੇ। ਪੱਥਰ ਦੀ ਪੂਜਾ ਕਰਨ ਤੇ ਕਰਵਾਉਣ ਵਾਲੇ ਪੱਥਰ ਦਿਲ ਬ੍ਰਾਹਮਣ ਨੇ ਸਭ ਤੋਂ ਵੱਧ ਖਤਰਨਾਕ ਅਤੇ ਬੇਰਹਿਮ ਜ਼ਾਲਮਾਂ ਵਾਲੀ ਯੋਜਨਾ ਘੜ ਲਈ। ਰੋਂਦੀ ਕਰਲਾਉਂਦੀ ਹਾੜੇ ਕੱਢਦੀ ਬੱਚੀ ਨੂੰ ਮਰੇ ਪਤੀ ਭਗਵਾਨ ਦੀ ਲਾਸ਼ ਦੇ ਨਾਲ ਹੀ ਸਾੜ ਦੇਣ ਦਾ ਵਿਧਾਨ ਬਣਾ ਦਿੱਤਾ। ਸਤੀ ਰਸਮ ਦਾ ਵਿਧਾਨ ਸਿਮਰਤੀਆਂ ਅਤੇ ਹੋਰ ਹਿੰਦੂ ਗ੍ਰੰਥਾਂ ਵਿੱਚ ਕਈ ਥਾਈਂ ਲਿਖ ਦਿੱਤਾ। ਖਤਰਨਾਕ ਤੋਂ ਖਤਰਨਾਕ ਯੋਜਨਾ ਸਫਲਤਾ ਨਾਲ ਸਿਰੇ ਚਾੜਨ ਵਿੱਚ ਨਿਪੁੰਨ ਹੋ ਚੁੱਕੇ ਬ੍ਰਾਹਮਣ ਨੇ ਲੁੱਟ ਨੀਤੀ ਅਨੁਸਾਰ ਗਰੁੜ ਪੁਰਾਣ ਗ੍ਰੰਥ ਲਿਖ ਲਿਆ। ਆਪਣੇ ਪੱਕੇ ਲਿਖਣ ਢੰਗ ਅਨੁਸਾਰ ਸੁਰਗਾਂ ਵਿੱਚ ਬੈਠੇ ਭਗਵਾਨ ਵਿਸ਼ਨੂੰ ਜੀ ਭਾਵ ਕ੍ਰਿਸ਼ਨ ਜੀ ਦੇ ਮੂੰਹੋਂ ਭਗਵਾਨ ਗਰੁੜ ਜੀ ਨੂੰ ਸਤੀ ਹੋਣ ਵਾਲੀ ਇਸਤਰੀ ਲਈ ਵਿਧੀ ਵਿਧਾਨ ਸਮਝਾਉਂਦਿਆਂ ਦਰਸਾ ਦਿੱਤਾ। ਉਸ ਵਿਧੀ ਵਿਧਾਨ ਨੂੰ ਸਾਡੇ ਹੀਰੋ ਬਿੱਪਰ ਜੀ ਨੇ ਗਰੁੜ ਪੁਰਾਣ ਵਿੱਚ ਜਿਵੇਂ ਲਿਖਿਆ ਹੈ ਉਸ ਦਾ ਸੰਖੇਪ ਰੂਪਾਂਤਰ ਇਸ ਤਰ੍ਹਾਂ ਹੈ। ਗਰੁੜ ਪੁਰਾਣ ਅਧਿਆਇ 10 ਸਫਾ 76 ਪੰਜਾਬੀ ਅਨੁਵਾਦ। ਸਤੀ ਹੋਣ ਵਾਲੀ ਇਸਤਰੀ ਪਹਿਲੇ ਇਸ਼ਨਾਨ ਕਰੇ ਤੇ ਕੇਸਰ, ਅੰਜਨ ਤੇ ਉੱਤਮ ਵਸਤਰਾਂ ਤੇ ਗਹਿਣਿਆਂ ਨਾਲ ਆਪਣੇ ਸਰੀਰ ਨੂੰ ਸ਼ਿੰਗਾਰੇ, ਬ੍ਰਾਹਮਣ ਨੂੰ ਦਾਨ ਦੇਵੇ ਤੇ ਆਪਣੇ ਧਨ ਨੂੰ ਸੰਬੰਧੀਆਂ ਵਿੱਚ ਵੰਡ ਦੇਵੇ। ਫਿਰ ਮੰਦਰ ਜਾ ਕੇ ਭਗਵਾਨ ਨੂੰ ਨਮਸਕਾਰ ਕਰੇ। ਲੱਜਾ ਦਾ ਮੋਹ ਤਿਆਗ ਕੇ ਸ਼ਮਸ਼ਾਨ ਵੱਲ ਚਲੀ ਜਾਏ। ਉਥੇ ਸੂਰਜ ਨੂੰ ਨਮਸਕਾਰ ਕਰਕੇ ਚਿਤਾ ਦੀ ਪਰਿਕਰਮਾ ਕਰਕੇ ਚਿਤਾ ਵਿੱਚ ਬੈਠ ਜਾਏ ਤੇ ਆਪਣੇ ਪਤੀ ਦੇ ਸਿਰ ਨੂੰ ਆਪਣੀ ਗੋਦੀ ਵਿੱਚ ਲੈ ਕੇ ਪਤੀ ਨੂੰ ਸੁਆਵੇ। ਸਹੇਲੀਆਂ ਨੂੰ ਨਰੇਲ ਦੇਵੇ ਤੇ ਸੰਸਕਾਰ ਕਰਨ ਦੀ ਆਗਿਆ ਦੇਵੇ। ਚਿਤਾ ਦੀ ਅਗਨੀ ਨੂੰ ਗੰਗਾ ਇਸ਼ਨਾਨ ਵਾਂਗ ਸ਼ੀਤਲ ਜਾਣ ਕੇ ਆਪਣੇ ਸਰੀਰ ਨੂੰ ਸਾੜ ਦੇਵੇ। ਇਸ ਤੋਂ ਪਹਿਲਾਂ ਅਧਿਆਏ 2 ਸਫਾ 17 ਤੇ ਜਮ ਮਾਰਗ ਅਤੇ ਵੈਤਰਨੀ ਨਦੀ ਤੇ ਜਮਾਂ ਦੀ ਮਾਰ ਤੋਂ ਦੁਖੀ ਹੋ ਕੇ ਮ੍ਰਿਤਕਾਂ ਨੂੰ ਪਛਤਾਵਾ ਕਰਦੇ ਅਤੇ ਹਾਹਾਕਾਰ ਕਰਦੇ ਦਰਸਾਇਆ ਹੋਇਆ ਹੈ। ਇਸਤਰੀ ਦੁਖੀ ਹੋ ਕੇ ਬਾਰ-ਬਾਰ ਇਹ ਕਹਿੰਦੀ ਦਰਸਾਈ ਹੋਈ ਹੈ, ਹਾਏ ਮੈਂ ਆਪਣੇ ਪਤੀ ਨਾਲ ਸਤੀ ਕਿਉਂ ਨਾ ਹੋਈ। ਜਮਾਂ ਦੀ ਮਾਰ ਦਾ ਏਡਾ ਡਰਾਉਣਾ ਦ੍ਰਿਸ਼ ਦਰਸਾਇਆ ਹੋਇਆ ਹੈ ਕਿ ਇਸਤਰੀ ਵਿਚਾਰੀ ਤਾਂ ਕਿਤੇ ਰਹੀ, ਚੰਗਾ ਭਲਾ ਮਨੁੱਖ ਵੀ ਜਮਾਂ ਦੀ ਮਾਰ ਤੋਂ ਬਚਣ ਲਈ ਸੜ ਕੇ ਮਰ ਜਾਣਾ ਹੀ ਚੰਗਾ ਸਮਝਦਾ ਹੈ। ਉਸੇ ਧਰਮ ਗ੍ਰੰਥ ਵਿੱਚ ਸਤੀ ਹੋ ਕੇ ਮਰਨ ਦੇ ਫਲ ਇਸ ਪ੍ਰਕਾਰ ਲਿਖੇ ਹਨ। ਜਿਹੜੀ ਇਸਤਰੀ ਆਪਣੇ ਪਤੀ ਨਾਲ ਸੜ ਜਾਂਦੀ ਹੈ ਉਸ ਦਾ ਸਰੀਰ ਤਾਂ ਸੜ ਜਾਂਦਾ ਹੈ ਪਰ ਉਸ ਦੀ ਆਤਮਾ ਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਪਹੁੰਚਦਾ। ਉਸ ਦੇ ਸਾਰੇ ਪਾਪ ਸੜ ਜਾਂਦੇ ਹਨ ਤੇ ਉਹ ਸ਼ੁੱਧ ਹੋ ਜਾਂਦੀ ਹੈ। ਸਤੀ ਹੋਣ ਵਿੱਚ ਵੀ ਉਸ ਨੂੰ ਕੋਈ ਪੀੜਾ ਨਹੀਂ ਹੁੰਦੀ। ਜਿਹੜੀ ਇਸਤਰੀ ਜਿਉਂਦੇ ਪਤੀ ਦੀ ਮਨ, ਕਰਮ ਅਤੇ ਬਚਨ ਨਾਲ ਸੇਵਾ ਕਰਦੀ ਹੈ ਅਤੇ ਫਿਰ ਨਾਲ ਹੀ ਸਤੀ ਹੋ ਜਾਂਦੀ ਹੈ, ਉਹ ਆਪਣੇ ਪਤੀ ਨਾਲੋਂ ਵੀ ਸੁਭਾਏਮਾਨ ਹੋ ਕੇ ਅਪਸ਼ਰਾਂ ਤੋਂ ਉਸਤਤੀ ਕਰਵਾਉਂਦੀ ਹੈ। ਉਹ ਆਪਣੇ ਮਾਤਾ ਪਿਤਾ ਅਤੇ ਪਤੀ ਤਿੰਨਾਂ ਕੁਲਾਂ ਨੂੰ ਪਵਿੱਤਰ ਕਰ ਦਿੰਦੀ ਹੈ। ਮਨੁੱਖ ਦੇ ਸਰੀਰ ਵਿੱਚ 3.5 ਕਰੋੜ ਰੋਮ ਹਨ। ਓਨੇ ਹੀ ਸਾਲ ਉਹ ਆਪਣੇ ਪਤੀ ਨਾਲ ਸੁੱਖ ਭੋਗਦੀ ਹੈ ਤੇ ਜਦੋਂ ਤੱਕ ਸੂਰਜ ਚੰਦਰਮਾ ਪ੍ਰਕਾਸ਼ ਕਰਦੇ ਹਨ ਓਨਾ ਚਿਰ ਉਹ ਆਪਣੇ ਪਤੀ ਨਾਲ ਸੁਰਗ ਲੋਕ ਵਿੱਚ ਆਨੰਦ ਨਾਲ ਰਹਿੰਦੀ ਹੈ। ਅੰਤ ਨੂੰ ਉਹ ਬੜੀ ਉੱਤਮ ਕੁੱਲ ਵਿੱਚ ਜਨਮ ਲੈਂਦੀ ਹੈ ਅਤੇ ਉਸ ਨੂੰ ਉਹੀ ਪਤੀ ਫਿਰ ਮਿਲ ਪੈਂਦਾ ਹੈ। ਭਾਵ ਜੇ ਉਸ ਦਾ ਪਤੀ ਡਾਕੂ ਅਤੇ ਕਾਤਲ ਸੀ ਅਤੇ ਉਸ ਵਿਚਾਰੀ ਦਾ ਕਦੇ ਇੱਕ ਸਵਾਸ ਵੀ ਸੁੱਖ ਦਾ ਨਹੀਂ ਆਇਆ, ਸਤੀ ਹੋਣ ਵਾਲੀ ਬੀਬੀ ਆਖਰ
ਫਿਰ ਉਸੇ ਜਲਾਦ ਦੀ ਹੀ ਪਤਨੀ ਬਣੇਗੀ। ਬ੍ਰਾਹਮਣ ਨੇ ਪਹਿਲਾਂ ਘੜੀ ਸਕੀਮ ਅਨੁਸਾਰ ਇਸ ਗੱਲ ਦਾ ਖੁੱਲ੍ਹਾ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ ਵਿੱਚ ਬਿਠਾ ਦਿੱਤਾ ਕਿ ਸਤੀ ਹੋਣ ਵਾਲੀ ਇਸਤਰੀ ਦੀਆਂ 3 ਕੁੱਲਾਂ ਪਵਿੱਤਰ ਹੋ ਕੇ ਸਦਾ ਲਈ ਸੁਰਗਾਂ ਦੀਆਂ ਹੱਕਦਾਰ ਬਣ ਜਾਂਦੀਆਂ ਹਨ। ਸੁਰਗਾਂ ਦਾ ਲਾਲਚੀ ਮਨੁੱਖ ਵਿਧਵਾ ਹੋਈ ਆਪਣੀ ਧੀ, ਭੈਣ, ਭਰਜਾਈ ਆਦਿ ਨੂੰ ਸਾੜ ਕੇ ਮਾਰ ਦੇਣ ਵਿੱਚ ਬ੍ਰਾਹਮਣ ਨਾਲੋਂ ਵੀ ਕਾਹਲਾ ਹੋ ਗਿਆ। ਸਤੀ ਦੀ ਰਸਮ ਬਾਰੇ ਲੋਕ ਰਾਏ ਇੰਨਾ ਜ਼ੋਰ ਫੜ ਗਈ ਕਿ ਦੇਸ਼ ਦਾ ਕਾਨੂੰਨ ਵੀ ਬ੍ਰਾਹਮਣ ਦੇ ਇਸ ਫੈਸਲੇ ਅੱਗੇ ਹੱਥ ਬੰਨ੍ਹ ਖਲੋਤਾ। ਸਾਰੇ ਦੇਸ਼ ਵਿੱਚ ਜਿਉਂਦੀਆਂ ਬੱਚੀਆਂ ਨੂੰ ਕਬਾਬ ਵਾਂਗ ਭੁੰਨ ਕੇ ਮਾਰ ਦੇਣਾ ਬੜਾ ਵੱਡਾ ਪੁੰਨ ਕਰਮ ਬਣ ਗਿਆ। ਸੜ ਮਰਨ ਵਾਲੇ ਦੁਖਦਾਈ ਭੈ ਨਾਲ ਥਰ-ਥਰ ਕੰਬਦੀ ਮਾਤਾ, ਪਿਤਾ, ਸਾਕ ਸੰਬੰਧੀਆਂ ਦੇ ਹੁੰਦਿਆਂ ਲਵਾਰਸ ਹੋ ਚੁੱਕੀ ਬੱਚੀ ਲਈ ਜੇ ਕੋਈ ਆਸ ਦੀ ਕਿਰਨ ਸੀ ਤਾਂ ਕੇਵਲ ਬ੍ਰਾਹਮਣ ਹੀ ਸੀ। ਬ੍ਰਾਹਮਣ ਚਾਹੇ ਤਾਂ ਅਜਿਹਾ ਵੇਦ ਮੰਤਰ ਸੁਣਾ ਸਕਦਾ ਸੀ ਕਿ ਚਿਖਾ 'ਤੇ ਬੈਠੀ ਦੁਖਿਆਰੀ ਨੂੰ ਜੀਵਨ ਦਾਨ ਮਿਲ ਜਾਵੇ। ਸੋ ਮਰਦੀ ਹੋਈ ਕੰਨਿਆ ਦੇ ਮਨ ਵਿੱਚ ਵਿਪਰ ਦੇ ਸਿਵਾ ਹੋਰ ਕਿਸ ਦਾ ਖਿਆਲ ਆ ਸਕਦਾ ਸੀ। ਭਾਗ 9ਵਾਂ ਵਿਧਵਾ। ਜੇ ਕਿਸੇ ਵਿਧੀ ਨਾਲ ਕੋਈ ਬੀਬੀ ਸਤੀ ਹੋਣ ਤੋਂ ਬਚ ਨਿਕਲੇ ਤਾਂ ਉਸ ਉੱਤੇ ਬ੍ਰਾਹਮਣ ਦਾ ਬਣਾਇਆ ਵਿਧਵਾ ਵਿਧਾਨ ਲਾਗੂ ਹੋ ਜਾਂਦਾ। ਵਿਧਵਾ ਇਸਤਰੀ ਨਾਲ ਅਜਿਹੇ ਭਰਮ ਜੋੜ ਦਿੱਤੇ ਹੋਏ ਸਨ ਕਿ ਸੁਹਾਗਣਾ ਅਤੇ ਕੁਆਰੀਆਂ ਬੀਬੀਆਂ ਉਸ ਦੇ ਮੱਥੇ ਲੱਗਣਾ ਬਦਸ਼ਗਨੀ ਮੰਨਦੀਆਂ ਸਨ। ਗਰਭਵਤੀ ਇਸਤਰੀ ਤਾਂ ਵਿਧਵਾ ਦੇ ਪਰਛਾਵੇਂ ਤੋਂ ਵੀ ਡਰਦੀ ਸੀ। ਬ੍ਰਾਹਮਣੀ ਭਰਮ ਜਾਲ ਨੇ ਇਸਤਰੀ ਨੂੰ ਇਸਤਰੀ ਦਾ ਵੈਰੀ ਬਣਾ ਦਿੱਤਾ। ਬ੍ਰਾਹਮਣ ਦੇ ਬਣਾਏ ਵਿਧਵਾ ਵਿਧਾਨ ਅਨੁਸਾਰ ਸਭ ਤੋਂ ਪਹਿਲਾਂ ਵਿਧਵਾ ਬੀਬੀ ਦਾ ਸਿਰ ਰਗੜ ਕੇ ਮੁੰਨ ਦਿੱਤਾ ਜਾਂਦਾ ਸੀ। ਵਿਧਵਾ ਰੰਗਦਾਰ ਕੱਪੜੇ, ਗਹਿਣੇ ਅਤੇ ਪੈਰੀਂ ਜੁੱਤੀ ਨਹੀਂ ਸੀ ਪਾ ਸਕਦੀ। ਖੁਸ਼ੀ ਅਥਵਾ ਮਨੋਰੰਜਨ ਦੇ ਕਿਸੇ ਸਮਾਗਮ ਵਿੱਚ ਹਿੱਸਾ ਨਹੀਂ ਸੀ ਲੈ ਸਕਦੀ। ਵਿਧਵਾ ਲਈ ਜ਼ਰੂਰੀ ਸੀ ਕਿ ਉਹ ਆਪਣਾ ਸਰੀਰ ਸੁਕਾ ਲਵੇ। ਗਰੁੜ ਪੁਰਾਣ ਦੇ ਦੂਸਰੇ ਅਧਿਆਇ ਵਿੱਚ ਵਿਧਵਾ ਧਰਮ ਦੀ ਪਾਲਣਾ ਵਿੱਚ ਸਰੀਰ ਨੂੰ ਨਾ ਸੁਕਾਉਣਾ ਬੱਜਰ ਭਾਵ ਲਿਖਿਆ ਹੈ। ਵਿਧਵਾ ਦਾ ਰਸੋਈ ਭਾਂਡਾ, ਸੌਣ ਦਾ ਕਮਰਾ ਸਭ ਕੁਝ ਅਲੱਗ ਹੋ ਜਾਂਦਾ ਸੀ। ਬਿਮਾਰ ਪਈ ਨੂੰ ਪਾਣੀ ਤੱਕ ਦੇਣ ਲਈ ਉਸ ਦੇ ਕਮਰੇ ਦੇ ਨੇੜੇ ਕਿਸੇ ਨੇ ਨਾ ਢੁਕਣਾ। ਦੂਜਾ ਵਿਆਹ ਕਰਨ ਦੀ ਗੱਲ ਤਾਂ ਦੂਰ ਰਹੀ, ਅਜਿਹਾ ਸੋਚਣਾ ਵੀ ਵਿਧਵਾ ਲਈ ਮਹਾਂਪਾਪ ਘੋਸ਼ਿਤ ਕਰ ਦਿੱਤਾ ਹੋਇਆ ਸੀ। ਜ਼ਿੰਦਗੀ ਏਡੀ ਦੁਖੀ ਬਣਾ ਦਿੱਤੀ ਜਾਂਦੀ ਸੀ ਕਿ ਸੜਨੋਂ ਬਚ ਰਹੀ ਬੀਬੀ ਨੂੰ ਕਈ ਵਾਰੀ ਆਤਮ ਹੱਤਿਆ ਕਰਨੀ ਪਈ। ਧਰਤੀ ਦੇ ਦੁੱਖ ਦੂਰ ਕਰਨ ਆਏ ਭਗਵਾਨਾਂ ਨੇ ਵੀ ਉਹੀ ਜ਼ੁਲਮ ਅਤੇ ਧੱਕੇ ਵਾਲਾ ਜ਼ੁਲਮੀ ਰੱਸਾ ਜਿਹੜਾ ਬ੍ਰਾਹਮਣ ਨੇ ਆਪਣੀ ਜਨਮਦਾਤੀ ਇਸ ਇਸਤਰੀ ਧੌਣ ਦੁਆਲੇ ਵੜਿਆ ਹੋਇਆ ਸੀ, ਸਗੋਂ ਹੋਰ ਪੱਕੀ ਤਰ੍ਹਾਂ ਕੱਸ ਕੇ ਮੁੜ ਬ੍ਰਾਹਮਣ ਦੇ ਹੱਥ ਵਿੱਚ ਹੀ ਫੜਾ ਦਿੱਤਾ। ਗੁਰਮਤਿ ਵਿੱਚ ਵਿਧਵਾ ਇਸਤਰੀ ਨੂੰ ਆਪਣੀ ਉਮਰ ਦੇ ਪੁਰਖ ਨਾਲ ਦੂਜਾ ਵਿਆਹ ਕਰਨ ਦੀ ਆਗਿਆ ਹੈ ਅਤੇ ਇਸ ਰੀਤ ਨੂੰ ਆਚਰਨ ਸੁੱਚਾ ਰੱਖਣ ਦੀ ਸਹਾਇਤਾ ਕਰਨ ਵਾਲੀ ਮੰਨਿਆ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਪੰਚਮ ਗੁਰੂ ਨਾਨਕ ਜੀ ਨੇ ਬਹਿੜਵਾਲ ਨਿਵਾਸੀ ਭਾਈ ਹੇਮੇ ਦਾ ਦੂਜਾ ਵਿਆਹ ਇੱਕ ਵਿਧਵਾ ਨਾਲ ਕਰਾਇਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸਰੂਪ ਸਮੇਂ ਅਜਿਹੀ ਵਿਧਵਾ ਜਿਹੜੀ ਕਾਂ ਵਾਸ਼ਨਾ ਦੀ ਤ੍ਰਿਪਤੀ ਲਈ ਜਾਂ ਮਾਇਆ ਦੇ ਲਾਲਚ ਨਾਲ ਪਰਾਏ ਮਰਦ ਨੂੰ ਆਪਣਾ ਸਰੀਰ ਸੌਂਪਦੀ ਹੈ, ਅਜਿਹੀ ਇਸਤਰੀ ਨੂੰ ਸਮਝਾਇਆ ਹੈ ਕਿ ਅਜਿਹੇ ਭੈੜ ਕਰਨ ਨਾਲ ਤ੍ਰਿਸ਼ਨਾ ਨਹੀਂ ਮਿਟਦੀ। ਕਿਸੇ ਨੂੰ ਆਪਣਾ ਪਤੀ ਬਣਾ ਲੈਣ ਵਿੱਚ ਹੀ ਚੰਗਾ ਹੈ। ਜਿਉ ਤਨ ਵਿਧਵਾ ਪਰ ਕੋ ਦੇਈ, ਕਾਮ ਦਾਮ ਚਿਤ ਪਰਵਸ ਸੇਈ, ਬਿਨ ਪਿਰ ਤ੍ਰਿਪਤ ਨ ਕਬਹੂ ਹੋਈ। ਪੰਨਾ 226। ਸਤਿਗੁਰਾਂ ਦਾ ਇਹ ਵਡਮੁੱਲਾ ਉਪਦੇਸ਼ ਜੀਵ ਇਸਤਰੀ ਲਈ ਵੀ ਹੈ। ਜਿਹੜੀ ਜੀਵ ਇਸਤਰੀ ਮਾਇਕ ਪਦਾਰਥਾਂ ਦੀ ਭੁੱਖ ਮਿਟਾਉਣ ਲਈ ਪ੍ਰਭੂ ਪਤੀ ਦਾ ਦਰ ਛੱਡ ਕੇ ਹੋਰ ਥਾਈਂ ਭਟਕਦੀ ਹੈ, ਉਸ ਦੀ ਤ੍ਰਿਸ਼ਨਾ ਅਗਨੀ ਕਦੇ ਸ਼ਾਂਤ ਨਹੀਂ ਹੋ ਸਕਦੀ। ਜੀਵ ਇਸਤਰੀ ਨੂੰ ਆਤਮਿਕ ਸੁਖ, ਸੰਤੋਖ ਅਥਵਾ ਮਨ ਦੀ ਤ੍ਰਿਪਤੀ ਪ੍ਰਭੂ ਪਤੀ ਦਾ ਲੜ ਫੜਿਆ ਹੀ ਹੁੰਦੀ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 2। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 7ਵਾਂ, 8ਵਾਂ ਅਤੇ 9ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।